ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਆਪਾਂ ਪੀਐਸ ਟੈਟ ਐਸਐਸਟੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਕਲਾਸ ਤੁਹਾਡੇ ਪੀਐਸ ਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਐਂਡ ਜਿਹੜੇ ਸਟੂਡੈਂਟ ਸੀਟੈਟ ਦੀ ਤਿਆਰੀ ਕਰ ਰਹੇ ਨੇ ਐਂਡ ਉਹਨਾਂ ਦਾ ਕੰਬੀਨੇਸ਼ਨ ਐਸਐਸਟੀ ਨਾਲ ਬਣਿਆ ਹੋਇਆ ਹੈ, ਉਹਨਾਂ ਲਈ ਵੀ ਇਹ ਵੀਡੀਓ ਕਾਫੀ ਹੈਲਪਫੁਲ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ। ਇਹ ਸਾਰੇ ਹੀ ਪ੍ਰਸ਼ਨ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਲਏ ਗਏ ਨੇ ਐਂਡ ਤੁਹਾਨੂੰ ਇੱਕ ਜਿਹੜਾ ਜਰਨਲ ਆਈਡੀਆ ਹੁੰਦਾ ਹੈ ਉਹ ਵੀ ਲੱਗ ਜਾਏਗਾ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਜੀ ਤੁਹਾਡੇ ਪੇਪਰ ਵਿੱਚ ਪੁੱਛੇ ਜਾਂਦੇ ਨੇ। ਸੋ ਦੋਸਤੋ ਸ਼ੁਰੂ ਕਰਦੇ ਹਾਂ ਕਲਾਸ ਨੂੰ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ। ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ ਜਿਹਦੀ ਆਪਾਂ ਗੱਲ ਕਰੀਏ, ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ, ਹਰੀਅਰ ਐਂਡ ਬੁੱਕਾ are associated with the establishment of which mighty empire। ਹਰੀਅਰ ਅਤੇ ਬੁੱਕਾ ਦੀ ਜਿਹੜੀ ਸਥਾਪਨਾ ਦਾ ਸੰਬੰਧ ਕਿਸ ਸ਼ਕਤੀਸ਼ਾਲੀ ਰਾਜ ਨਾਲ ਹੈ। ਸੋ ਇਹਦੇ ਵਿੱਚ ਤੁਸੀਂ ਸੋਚ ਕੇ ਦੱਸੋ ਕਿ ਇਹ ਚਾਲੁਕਿਆ ਐਮਪਾਇਰ ਹੈ, ਚਾਲੁਕਿਆ ਰਾਜ, ਜਾਂ ਫਿਰ ਇਹਦਾ ਜਵਾਬ ਚੋਲਾ ਐਮਪਾਇਰ ਹੈ, ਚੋਲ ਰਾਜ, ਜਾਂ ਫਿਰ ਵਿਜयनगर ਐਮਪਾਇਰ, ਵਿਜयनगर ਰਾਜ, ਜਾਂ ਫਿਰ ਆਪਸ਼ਨ ਨੰਬਰ ਡੀ ਗੁਰਜਰ ਪ੍ਰਤਿਹਾਰ, ਗੁੱਜਰ ਪ੍ਰਤਿਹਾਰ। ਇਹਦਾ ਕੀ ਜਵਾਬ ਹੋਏਗਾ ਜੀ? ਇਹਦਾ ਜਿਹੜਾ ਸਹੀ ਜਵਾਬ ਹੈ, ਜੇਕਰ ਆਪਾਂ ਗੱਲ ਕਰਦੇ ਹਾਂ ਹਰੀਅਰ ਅਤੇ ਬੁੱਕਾ ਦੀ, ਹਰੀਅਰ ਬੁੱਕਾ ਜਿਹੜੇ ਸੰਬੰਧ ਰੱਖਦੇ ਸੀਗੇ, ਇਹ ਰੱਖਦੇ ਸੀਗੇ ਸੰਬੰਧ ਵਿਜयनगर ਸਾਮਰਾਜ ਜਾਂ ਫਿਰ ਵਿਜयनगर ਰਾਜ ਨਾਲ। ਐਂਡ ਇਹਨਾਂ ਦਾ ਜਿਹੜਾ ਐਮਪਾਇਰ ਸੀਗਾ ਇਹ ਕਿਹਦੇ ਦੁਆਰਾ ਸਥਾਪਿਤ ਕੀਤਾ ਗਿਆ ਸੀਗਾ ਐਂਡ ਕਦੋਂ ਸਥਾਪਿਤ ਕੀਤਾ ਗਿਆ ਸੀ? ਇਹ ਸਥਾਪਿਤ ਕੀਤਾ ਗਿਆ ਸੀਗਾ ਹਰੀਹਰ ਪਹਿਲਾ, ਹਰੀਹਰ ਪਹਿਲਾ ਐਂਡ ਇਹਦਾ ਇੱਕ ਹੋਰ ਜਿਹੜਾ ਭਰਾ ਹੁੰਦਾ ਸੀ ਬੁੱਕਾ ਰਾਏ ਪਹਿਲਾ, ਜਿਹੜੇ ਕਿ ਸੰਗਮ ਡਾਇਨਸਟੀ ਨਾਲ ਸੰਬੰਧ ਰੱਖਦੇ ਸੀਗੇ। ਕਿਹਦੇ ਨਾਲ ਸੰਬੰਧ ਰੱਖਦੇ ਸੀਗੇ ਜੀ? ਸੰਗਮ ਡਾਇਨਸਟੀ ਨਾਲ ਇਹ ਸਾਰੇ ਹੀ ਸੰਬੰਧ ਰੱਖਦੇ ਸੀਗੇ, ਸੰਗਮ ਵੰਸ਼ ਨਾਲ। ਸੋ ਇਹਦਾ ਜਵਾਬ ਕੀ ਹੈਗਾ ਜੀ? ਇਹਦਾ ਜਵਾਬ ਹੈਗਾ ਜੀ ਵਿਜयनगर ਐਮਪਾਇਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਐਂਡ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ, ਵਾਈ ਵਾਜ ਫਰਾਂਸਿਸ ਬੁਚਨਨ ਇੰਪੋਰਟੈਂਟ ਟੂ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਵਿੱਚ ਫਰਾਂਸੀਸੀ ਬੁਚਾਨਨ ਕਿਉਂ ਮਹੱਤਵਪੂਰਨ ਸੀ? ਆਪਸ਼ਨ ਨੰਬਰ ਏ, ਹੀ ਡਿਜ਼ਾਈਨ ਦ ਐਨਫੀਲਡ ਰਾਈਫਲ, ਉਸਨੇ ਐਨਫੀਲਡ ਰਾਈਫਲ ਡਿਜ਼ਾਈਨ ਕੀਤੀ ਸੀ। ਜਾਂ ਫਿਰ ਆਪਸ਼ਨ ਨੰਬਰ ਬੀ, ਹੀ ਵਾਜ ਦ ਬ੍ਰੇਨ ਬਿਹਾਈਂਡ ਪਰਮਾਨੈਂਟ ਸੈਟਲਮੈਂਟ, ਸਥਾਈ ਬੰਦੋਬਸਤ ਪਿੱਛੇ ਉਸਦਾ ਦਿਮਾਗ ਸੀ। ਆਪਸ਼ਨ ਨੰਬਰ ਸੀ, ਹੀ ਅੰਡਰਟੁਕ ਡਿਟੇਲਡ ਸਰਵੇ ਆਫ ਦ ਏਰੀਆ ਅੰਡਰ ਦ ਕੰਪਨੀ, ਕੰਪਨੀ ਦੇ ਅਧੀਨ ਆਉਣ ਵਾਲੇ ਖੇਤਰ ਦਾ ਉਹਨੇ ਸਰਵੇਖਣ ਕੀਤਾ ਸੀ। ਜਾਂ ਫਿਰ ਸਾਰੇ ਹੀ ਆਪਸ਼ਨਾਂ ਸਹੀ ਨੇ, ਸੋਚ ਕੇ ਦੱਸੋ। ਇਹਦਾ ਜਿਹੜਾ ਸਹੀ ਜਵਾਬ ਹੋਏਗਾ, ਜੇਕਰ ਆਪਾਂ ਸਹੀ ਜਵਾਬ ਦੀ ਗੱਲ ਕਰੀਏ, ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਸੀ, ਹੀ ਅੰਡਰਟੁਕ ਡਿਟੇਲਡ ਸਰਵੇ ਆਫ ਦ ਏਰੀਆ ਅੰਡਰ ਦ ਕੰਪਨੀ, ਕੰਪਨੀ ਦੇ ਅਧੀਨ ਆਉਣ ਵਾਲੇ ਖੇਤਰ ਦਾ ਜਿਹੜੇ ਸਰਵੇਖਣ ਸੀਗੇ ਇਹਦੇ ਦੁਆਰਾ ਹੀ ਕੀਤੇ ਗਏ ਸੀ। ਫਰਾਂਸਿਸ ਬੁਚਾਨਨ ਜਿਹੜਾ ਸੀਗਾ ਇਹ ਇੱਕ ਸਕਾਟਿਸ਼ ਫਿਜੀਸ਼ੀਅਨ ਸੀਗਾ ਜਿਹਨੇ ਬਹੁਤ ਸਾਰਾ ਕੰਟਰੀਬਿਊਸ਼ਨ ਦਿੱਤਾ ਸੀਗਾ ਐਜ਼ ਏ ਜਿਓਗ੍ਰਾਫਰ, ਜੂਲੋਜਿਸਟ ਐਂਡ ਬੋਟਨਿਸਟ। ਐਂਡ ਇਹ ਭਾਰਤ ਵਿੱਚ ਕਦੋਂ ਤੋਂ ਲੈ ਕੇ ਕਦੋਂ ਤੱਕ ਰਿਹਾ ਸੀਗਾ? ਮਤਲਬ 1807 ਤੋਂ ਲੈ ਕੇ 1814 ਤੱਕ ਇਹਨੇ ਇੱਥੇ ਰਹਿ ਕੇ ਕਾਫੀ ਸਾਰੇ ਜਿਹੜੇ ਕੰਮ ਹੈਗੇ ਆ ਗੌਰਮੈਂਟ ਆਫ ਬੰਗਾਲ ਦੇ ਅੰਡਰ ਇਹਨੇ ਕਾਫੀ ਸਾਰੇ ਜਿਹੜੇ ਕੰਮ ਹੈਗੇ ਆ ਇਹ ਕੀਤੇ ਸੀ। ਐਂਡ ਇਹਨੇ ਅੰਗਰੇਜ਼ਾਂ ਲਈ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਰਵੇ ਵਗੈਰਾ ਹੁੰਦੇ ਆ ਇਹਦੇ ਦੁਆਰਾ ਕਰਵਾਏ ਗਏ ਸੀ। ਸੋ ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਂਸਰ। ਐਂਡ ਆਪਾਂ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ, 4 ਮੇਜਰ ਵਾਰਸ ਵਰ ਫਾਊਟ ਬਾਏ ਦ ਈਸਟ ਇੰਗਲਿਸ਼ ਇੰਡੀਆ ਕੰਪਨੀ ਟੂ ਓਵਰਪਾਵਰ ਅ ਸਟੇਟ ਇਨ 1767 to 69, 1782, 84, 1792, 92 and 1799। ਵਿਚ ਆਫ ਦ ਫੋਲੋਇੰਗ ਵਾਜ਼ ਦੈਟ ਸਟੇਟ। ਕਿ ਈਸਟ ਇੰਡੀਆ ਕੰਪਨੀ ਦੀਆਂ ਨਾ ਮੁੱਖ 4 ਜੰਗਾਂ ਹੋਈਆਂ ਸੀਗੀਆਂ। ਇੱਥੇ ਨਾ ਡੇਟਸ ਲਿਖੀਆਂ ਹੋਈਆਂ, ਡੇਟਸ 'ਤੇ ਤੁਸੀਂ ਬੜੇ ਹੀ ਧਿਆਨ ਨਾਲ ਸਾਰੀਆਂ ਗੱਲਾਂ ਨੂੰ ਸਮਝ ਲਿਓ। 1769 ਤੋਂ ਲੈ ਕੇ ਇੱਥੇ ਲਿਖਿਆ ਹੋਇਆ ਜੀ ਕਿ ਇੱਥੇ ਥੋੜ੍ਹੀ ਜਿਹੀ ਮਿਸਟੇਕ ਹੋ ਗਈ ਪੰਜਾਬੀ ਵਾਲੇ 'ਚ ਕਿ 1767 to 69 ਤੱਕ ਜਿਹੜੀ ਜੰਗ ਲੱਗੀ ਸੀਗੀ। ਉਸ ਤੋਂ ਬਾਅਦ 1780 ਤੋਂ ਲੈ ਕੇ 84 ਤੱਕ, 90 ਤੋਂ ਲੈ ਕੇ 92 ਤੱਕ ਐਂਡ 1799 'ਚ 1799 ਵਿੱਚ ਵੀ ਕਹਿ ਸਕਦੇ ਹਾਂ ਕਿ ਜਿਹੜੀ ਜੰਗ ਸੀਗੀ ਇਹ ਲੱਗੀ ਸੀਗੀ। ਇਹ ਜਿਹੜੀ ਜੰਗ ਸੀਗੀ
ਇਹ ਮਤਲਬ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਕਿ ਇਹ ਕਿੱਥੇ ਲੱਗੀ ਸੀਗੀ। ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਕੀ ਹੋਊਗਾ ਕਿ ਇਹ ਮਰਾਠਾਜ਼ ਹੈ, ਬੰਗਾਲ ਹੈ, हैदराबाद है या फिर मैसूर है। ਇਹਨੂੰ ਆਪਾਂ ਐਂਗਲੋ ਮੈਸੂਰ ਵਾਰ ਵੀ ਕਹਿੰਦੇ ਆ। ਸੋ ਆਪਸ਼ਨ ਨੰਬਰ ਕੀ ਹੋ ਗਿਆ ਜੀ, ਆਪਸ਼ਨ ਨੰਬਰ ਤੁਹਾਡਾ ਡੀ ਜਵਾਬ ਬਿਲਕੁਲ ਹੀ ਸਹੀ ਹੋਵੇਗਾ। ਐਂਡ ਡੀ ਜਵਾਬ ਇਹਦਾ ਸਹੀ ਕਿਉਂ ਆ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ ਕਿ ਇਹ ਜਿਹੜੀਆਂ 4 ਜੰਗਾਂ ਲੜੀਆਂ ਗਈਆਂ ਸੀਗੀਆਂ, ਡੇਟਸ ਤੁਸੀਂ ਉੱਤੇ ਵੇਖ ਹੀ ਸਕਦੇ ਹੋ, ਕੁਐਸਚਨ ਦੇ ਵਿੱਚ ਹੀ ਲਿਖਿਆ ਹੋਇਆ। ਪਹਿਲੀ ਜਿਹੜੀ ਜੰਗ ਹੈਗੀ ਆ 1767 ਤੋਂ ਲੈ ਕੇ 1769 ਤੱਕ ਲੜੀ ਗਈ ਸੀਗੀ। ਕਿਹਦੀ ਲੀਡਰਸ਼ਿਪ ਦੇ ਅੰਡਰ ਲੜੀ ਗਈ ਸੀ, ਹੈਦਰ ਅਲੀ ਨਾਮ ਦੇ ਕਹਿ ਸਕਦੇ ਹਾਂ ਕਿ ਰਾਜਾ ਦੇ ਅੰਡਰ ਇਹ ਜਿਹੜੀ ਪਹਿਲੀ ਜੰਗ ਸੀਗੀ ਇਹ ਲੜੀ ਗਈ ਸੀ। ਤੇ ਜਿਹੜੀ ਦੂਸਰੀ ਜੰਗ ਹੈਗੀ ਆ 1780 ਤੋਂ 84 ਵਾਲੀ, 90 ਤੋਂ 92 ਵਾਲੀ ਤੇ 1799 ਵਾਲੀ, ਇਹ ਜਿਹੜੀਆਂ ਤਿੰਨੇ ਜੰਗਾਂ ਸੀਗੀਆਂ ਇਹ ਕਿਹਦੇ ਅੰਡਰ ਲੜੀਆਂ ਗਈਆਂ ਸੀ, ਇਹ ਲੜੀਆਂ ਗਈਆਂ ਸੀਗੀਆਂ ਟੀਪੂ ਸੁਲਤਾਨ ਦੇ ਅੰਡਰ। ਪਹਿਲੀ ਜੰਗ हैदर अली ਦੇ ਅੰਡਰ ਲੜੀ ਗਈ ਸੀਗੀ ਐਂਡ ਬਾਕੀ ਦੀਆਂ 3 ਜੰਗਾਂ ਟੀਪੂ ਸੁਲਤਾਨ ਦੇ ਅੰਡਰ ਲੜੀਆਂ ਗਈਆਂ ਸੀਗੀਆਂ। ਐਂਡ ਕਿੱਥੇ ਲੜੀਆਂ ਸੀ, ਮੈਸੂਰ ਦੇ ਵਿੱਚ। ਇਹਨੂੰ ਐਂਗਲੋ ਮੈਸੂਰ ਵਾਰ ਵੀ ਕਿਹਾ ਜਾਂਦਾ। ਆਪਸ਼ਨ ਨੰਬਰ ਡੀ ਨੂੰ ਕਰੋਗੇ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਟਰੂ ਰਿਗਾਰਡਿੰਗ ਗ੍ਰੇਟ ਬਾਥ ਇਨ ਮੋਹਨਜੋਦਾੜੋ, ਕਿ ਹੇਠ ਲਿਖੇ ਮਤਾਂ ਅਨੁਸਾਰ ਕਿਹੜਾ ਮਤ ਮੋਹਨਜੋਦੜੋ ਦੇ ਮਹਾ ਇਸ਼ਨਾਨ ਲਈ ਠੀਕ ਨਹੀਂ ਹੈ। ਗ੍ਰੇਟ ਬਾਥ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਨਾ ਇੱਕ ਵੱਡਾ ਸਾਰਾ ਇਸ਼ਨਾਨ ਜਿਹੜਾ ਘਰ ਹੈਗਾ ਆ ਇਹ ਤੁਹਾਨੂੰ ਮਿਲਦਾ ਹੈਗਾ ਮੋਹਨਜੋਦਾੜੋ ਦੇ ਵਿੱਚ। ਤੇ ਇਹਦੇ ਬਾਰੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਈ ਹੈ ਕਿ ਜਿਹੜੀ ਕਿ ਸਹੀ ਨਹੀਂ ਹੈ, ਮਤਲਬ ਕਿ 3 ਗੱਲਾਂ ਇੱਥੇ ਹੋਣਗੀਆਂ ਸਹੀ ਤੇ ਇੱਕ ਗੱਲ ਹੋਵੇਗੀ ਜਿਹੜੀ ਕਿ ਗਲਤ ਲਿਖੀ ਹੋਵੇਗੀ। ਪਹਿਲੀ ਆਪਸ਼ਨ ਨੂੰ ਪੜੋ, ਇਟ ਵਾਜ਼ ਲਾਈਨਡ ਵਿਦ ਬ੍ਰਿਕਸ ਕੋਟਡ ਵਿਦ ਪਲਾਸਟਰ, ਇਹਨਾਂ ਇੱਟਾਂ ਦੀ ਚਿਣਾਈ ਕਰਕੇ ਪਲਾਸਟਰ ਕਰ ਦਿੱਤਾ ਗਿਆ ਸੀ। ਜਾਂ ਫਿਰ ਆਪਸ਼ਨ ਨੰਬਰ ਬੀ, ਇਟ ਵਾਜ਼ ਮੇਡ ਵਾਟਰ ਟਾਈਟ ਵਿਦ ਅ ਲੇਅਰ ਆਫ ਨੈਚੁਰਲ ਟਾਰ, ਇਹਨਾਂ ਨੂੰ ਕੁਦਰਤੀ ਤਾਰਕੋਲ ਦੀ ਵਰਤੋਂ ਕਰਕੇ ਪਾਣੀ ਦੇ ਬਹਾਅ ਨੂੰ ਰੋਕ ਦਿੱਤਾ ਗਿਆ ਸੀ। ਜਾਂ ਫਿਰ ਆਪਸ਼ਨ ਨੰਬਰ ਸੀ, ਇਟ ਵਾਜ਼ ਕੰਸਟਰਕਟਡ ਇਨ ਲੋਅਰ ਟਾਊਨ, ਇਹ ਹੇਠਲੇ ਸ਼ਹਿਰਾਂ ਵਿੱਚ ਬਣਾਏ ਗਏ ਸੀ। ਜਾਂ ਫਿਰ ਆਪਸ਼ਨ ਨੰਬਰ ਡੀ, ਵਾਟਰ ਵਾਜ਼ ਪ੍ਰੋਬੈਬਲੀ ਬ੍ਰੌਟ ਇਟ ਫਰੋਮ ਅ ਵੈਲ, ਇੱਥੇ ਪਾਣੀ ਸ਼ਾਇਦ ਖੂਹਾਂ ਤੋਂ ਲਿਆਂਦਾ ਗਿਆ ਹੋਵੇਗਾ। ਸੋਚ ਕੇ ਜਵਾਬ ਦਿਓ। ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ, ਜੇਕਰ ਆਪਾਂ ਗ੍ਰੇਟ ਬਾਥ ਦੀ ਗੱਲ ਕਰਦੇ ਹਾਂ ਮੋਹਨਜੋਦਾੜੋ ਦੇ, ਤੇ ਇਹਨੂੰ ਇੱਕ ਬਹੁਤ ਹੀ ਬੈਸਟ ਮੰਨਿਆ ਜਾਂਦਾ ਕਿ ਮਤਲਬ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀਗਾ ਸਿੰਧੂ ਘਾਟੀ ਸੱਭਿਅਤਾ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ। ਐਂਡ ਇਹ ਜਿਹੜਾ ਬਣਾਇਆ ਗਿਆ ਸੀ ਨਾ ਇਹ ਮੇਨਲੀ ਕਿੱਥੇ ਬਣਾਇਆ ਗਿਆ ਸੀਗਾ, ਇਹਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪਹਿਲੀ ਜਿਹੜੀ ਗੱਲ ਲਿਖੀ ਹੈ ਨਾ ਇਹ ਗੱਲ ਠੀਕ ਲਿਖੀ ਹੋਈ ਹੈ ਕਿ ਇਟ ਵਾਜ਼ ਲਾਈਨਡ ਵਿਦ ਬ੍ਰਿਕਸ ਐਂਡ ਕੋਟਡ ਵਿਦ ਪਲਾਸਟਰ। ਸੋ ਇਹ ਗੱਲ ਤਾਂ ਠੀਕ ਹੈਗੀ ਆ ਕਿ ਇਹਨਾਂ ਇੱਟਾਂ ਦੀ ਚਿਣਾਈ ਕਰਕੇ ਪਲਾਸਟਰ ਕਰ ਦਿੱਤਾ ਗਿਆ ਸੀਗਾ। ਆਪਸ਼ਨ ਨੰਬਰ ਬੀ ਵੀ ਗੱਲ ਸਹੀ ਲਿਖੀ ਹੋਈ ਹੈ ਕਿ ਇਟ ਵਾਜ਼ ਮੇਡ ਵਾਟਰ ਟਾਈਟ ਵਿਦ ਅ ਲੇਅਰ ਆਫ ਨੈਚੁਰਲ ਟਾਰ, ਕੀ ਕੁਦਰਤੀ ਤਾਰਕੋਲ ਦੀ ਵਰਤੋਂ ਕਰਕੇ ਪਾਣੀ ਦੇ ਬਹਾਅ ਨੂੰ ਰੋਕ ਦਿੱਤਾ ਗਿਆ ਸੀ। ਐਂਡ ਆਪਸ਼ਨ ਨੰਬਰ ਡੀ ਵੀ ਸਹੀ ਹੈ ਕਿ ਪਾਣੀ ਹੋ ਸਕਦਾ ਕਿ ਇੱਥੋਂ ਖੂਹ ਤੋਂ ਲਿਆਂਦਾ ਗਿਆ ਹੋਵੇ। ਬਟ ਆਪਸ਼ਨ ਨੰਬਰ ਜਿਹੜਾ ਸੀ ਲਿਖਿਆ ਹੋਇਆ ਕਿ ਇਟ ਵਾਜ਼ ਕੰਸਟਰਕਟਡ ਇਨ ਅ ਲੋਅਰ ਟਾਊਨ, ਕਿ ਇਹ ਹੇਠਲੇ ਸ਼ਹਿਰਾਂ ਵਿੱਚ ਬਣਾਏ ਗਏ ਸੀ। ਤੁਹਾਨੂੰ ਪਤਾ ਹੋਊਗਾ ਕਿ 2 ਤਰ੍ਹਾਂ ਦੇ ਜਿਹੜੇ ਸ਼ਹਿਰ ਸੀਗੇ ਉਦੋਂ ਤੁਹਾਨੂੰ ਉੱਥੇ ਵੇਖਣ ਨੂੰ ਮਿਲਦੇ ਸੀਗੇ। ਇੱਕ ਤਾਂ ਸੀਗਾ ਜਿਹੜਾ ਉੱਤੇ ਵਾਲਾ ਸ਼ਹਿਰ ਹੁੰਦਾ ਸੀਗਾ, ਇੱਕ ਹੁੰਦਾ ਸੀ ਲੋਅਰ ਟਾਊਨ ਜਿਹੜਾ ਕਿ ਨਿਚਲਾ ਸ਼ਹਿਰ ਦਾ ਨਾਮ ਦਿੰਦੇ ਸੀਗੇ। ਤੇ ਇਹ ਜਿਹੜੇ ਕਹਿ ਸਕਦੇ ਹਾਂ ਕਿ ਗ੍ਰੇਟ ਜਿਹੜੇ ਬਾਥ ਹੈਗੇ ਆ ਇਸ਼ਨਾਨ ਘਰ, ਮਹਾ ਇਸ਼ਨਾਨ ਘਰ, ਇਹ ਤੁਹਾਨੂੰ ਸਿਟਾਡੈਲ ਭਾਵ ਅਪਰ ਟਾਊਨ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਸੀਗੇ। ਸੋ ਆਪਸ਼ਨ ਨੰਬਰ ਸੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਗੱਲਾਂ ਸਹੀ ਨੇ। ਆਪਸ਼ਨ ਨੰਬਰ ਸੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਟਰੂ ਆਫ ਮਹਾਜਨਪਦ, ਮਹਾਜਨਪਦ ਬਾਰੇ ਤੁਹਾਨੂੰ ਪਤਾ ਹੋਊਗਾ ਕਿ ਵੱਡੇ ਵੱਡੇ ਇਹ ਜਿਹੜੇ ਰਾਜ ਸੀਗੇ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਸੀ, ਇਹਨਾਂ ਦੀਆਂ ਖੁਦ ਦੀਆਂ ਕੈਪੀਟਲਸ ਵੀ ਹੁੰਦੀਆਂ ਸੀਗੀਆਂ। ਐਂਡ ਇਹਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮਹਾਜਨਪਦ ਲਈ ਕਿਹੜਾ ਕਥਨ ਸਹੀ ਨਹੀਂ ਹੈ, ਮਤਲਬ ਕਿ ਇੱਥੇ 4 ਕਥਨ ਦਿੱਤੇ ਹੋਣਗੇ, ਇਹਨਾਂ ਵਿੱਚੋਂ ਵੇਖੋ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਆਪਸ਼ਨ ਨੰਬਰ ਪਹਿਲੇ 'ਚ ਲਿਖਿਆ ਹੋਇਆ ਦੇ ਬਿਲਟ ਹਿਊਜ ਫੋਰਟਸ, ਉਹਨਾਂ ਨੇ ਵਿਸ਼ਾਲ ਕਿਲੇ ਬਣਵਾਏ। ਆਪਸ਼ਨ ਨੰਬਰ ਬੀ ਲਿਖਿਆ ਹੋਇਆ ਦੇ ਮੇਨਟੇਨਡ ਬਿਗ ਆਰਮੀਜ਼, ਕਿ ਉਹ ਭਾਰੀ ਫੌਜ ਰੱਖਦੇ ਸਨ। ਆਪਸ਼ਨ ਨੰਬਰ 3 ਲਿਖਿਆ ਹੋਇਆ ਤੀਸਰੇ ਆਪਸ਼ਨ 'ਚ ਦੇ ਡਿਪੈਂਡੈਂਟ ਔਨ ਓਕੇਸ਼ਨਲ ਗਿਫਟ ਬ੍ਰੌਟ ਬਾਏ
ਪੀਪਲ ਉਹ ਕਦੀ ਕਦੀ ਜਨਤਾ ਦੁਆਰਾ ਦਿੱਤੇ ਗਏ ਤੋਹਫਿਆਂ 'ਤੇ ਨਿਰਭਰ ਕਰਦੇ ਸਨ। ਜਾਂ ਫਿਰ 4 ਦ ਟੈਕਸ ਵਾਜ ਫਿਕਸਡ ਐਟ ਡੈਸ਼ ਪਰਸੈਂਟੇਜ ਆਫ ਦ ਪ੍ਰੋਡਿਊਸ, ਮਤਲਬ ਕਿ ਪੈਦਾਵਾਰ ਦਾ ਇੱਥੇ ਨਾ 1/2 ਭਾਗ ਆਉਣਾ ਸੀਗਾ। ਮੇਰੇ ਤੋਂ ਥੋੜ੍ਹੀ ਜਿਹੀ ਮਿਸਟੇਕ ਹੋ ਗਈ, ਬਟ ਚਲੋ ਕੁਐਸਚਨ ਵਿੱਚ ਮੈਂ ਬੋਲ ਦਿੰਦਾ। ਕਈ ਵਾਰ ਆਪਾਂ ਇਹੋ ਜਿਹੀਆਂ ਗੱਲਾਂ ਨੂੰ ਵੀ ਮਤਲਬ ਧਿਆਨ ਨਹੀਂ ਦਿੰਦੇ ਕੁਐਸਚਨ ਦੇ ਵਿੱਚ, ਕਿ ਮੇਰੇ ਤੋਂ ਥੋੜ੍ਹੀ ਜਿਹੀ ਮਿਸਟੇਕ ਹੋ ਗਈ ਟਾਈਪ ਕਰਨ ਲੱਗਿਆ। ਬਟ ਤੁਸੀਂ ਇਸ ਗੱਲ ਨੂੰ ਇਗਨੋਰ ਕਰੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ 1/2 ਲਿਖਿਆ ਹੋਇਆ। ਕਿੰਨਾ ਲਿਖਿਆ ਹੋਇਆ ਇੱਥੇ 1/2 ਲਿਖਿਆ ਹੋਇਆ। 1/2 ਪੈਦਾਵਾਰ ਦਾ ਜਿਹੜਾ ਟੈਕਸ ਸੀਗਾ ਉਹ ਨਿਸ਼ਚਿਤ ਕੀਤਾ ਜਾਂਦਾ ਸੀਗਾ। ਜਦੋਂ ਆਪਾਂ ਮਹਾਜਨ ਪਦ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕਿਹੜੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਨੇ, ਇਹਨਾਂ ਵਿੱਚ ਤੁਸੀਂ ਜਵਾਬ ਦੇਣਾ ਹੈ ਇਹਨਾਂ ਵਿੱਚੋਂ ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ, ਕਿਹੜੀ ਸਟੇਟਮੈਂਟ ਗਲਤ ਹੈ। ਵੇਖੋ ਮਹਾਜਨ ਪਦ ਬਹੁਤ ਹੀ ਵੱਡੇ ਜਿਹੜੇ ਸੀਗੇ, ਇੱਥੇ ਕਾਫੀ ਸਾਰੇ ਜਿਹੜੇ ਕਿਲੇ ਹੈਗੇ ਆ ਕਿਲੇਬੰਦੀ ਕੀਤੀ ਗਈ ਸੀਗੀ। ਪਹਿਲੀ ਸਟੇਟਮੈਂਟ ਤਾਂ ਬਿਲਕੁਲ ਸਹੀ ਹੈਗੀ ਆ, ਮਤਲਬ ਕਿ ਇਹਨਾਂ ਆਪਸ਼ਨਾਂ ਵਿੱਚ ਵੇਖੋ ਜਿੱਥੇ ਜਿੱਥੇ ਪਹਿਲੀ ਆਪਸ਼ਨ ਹੈ ਉਹਨੂੰ ਆਪਾਂ ਸਹੀ ਕਰ ਦਾਂਗੇ, ਮਤਲਬ ਕਿ ਉਹਨੂੰ ਆਪਾਂ ਸਹੀ ਆਨਸਰ ਨਾ ਲਗਾਵਾਂਗੇ। ਆਪਸ਼ਨ ਨੰਬਰ ਏ ਦੇ ਵਿੱਚ ਲਿਖਿਆ ਹੋਇਆ, ਮਤਲਬ ਕਿ ਪਹਿਲੀ ਆਪਸ਼ਨ ਨੂੰ ਐਲੀਮੀਨੇਟ ਕਰਤਾ। ਦੇ ਮੇਨਟੇਨਡ ਬਿਗ ਆਰਮੀਜ਼, ਕਿ ਉਹ ਜਿਹੜੇ ਸੀਗੇ ਮਹਾਜਨ ਪਦ ਉਹ ਬਹੁਤ ਵੱਡੀਆਂ ਜਿਹੜੀਆਂ ਫੌਜਾਂ ਸੀਗੇ ਉਹ ਵੀ ਰੱਖਦੇ ਹੁੰਦੇ ਸੀਗੇ। ਦੇ ਡਿਪੈਂਡੈਂਟ ਔਨ ਓਕੇਸ਼ਨਲ ਗਿਫਟ ਬ੍ਰੌਟ ਬਾਏ ਪੀਪਲ, ਇਹ ਗੱਲ ਇੱਥੇ ਗਲਤ ਲਿਖੀ ਹੋਈ ਆ। ਉਹ ਲੋਕਾਂ 'ਤੇ ਨਿਰਭਰ ਨਹੀਂ ਹੁੰਦੇ ਸੀਗੇ, ਉਹ ਕੀ ਕਰਦੇ ਸੀਗੇ, ਉਹ ਟੈਕਸ ਕਲੈਕਟ ਕਰਦੇ ਹੁੰਦੇ ਸੀਗੇ। ਐਂਡ ਟੈਕਸ ਜਿਵੇਂ ਕਿ ਉੱਥੇ ਦੇ ਪਿੰਡ ਦੇ ਉੱਥੇ ਮਤਲਬ ਕਿ ਜਿਹੜੇ ਵੀ ਆਲੇ ਦੁਆਲੇ ਵਾਲੇ ਏਰੀਆ ਹੁੰਦੇ ਸੀ, ਉੱਥੋਂ ਜਿਹੜੇ ਸੰਸਾਧਨ ਹੁੰਦੇ ਸੀ ਉਹ ਇਕੱਠੇ ਕਰ ਲੈਂਦੇ ਸੀਗੇ। ਐਂਡ ਲੋਕਾਂ ਤੋਂ ਕੀ ਕਰਦੇ ਸੀਗੇ 1/6 ਭਾਗ, ਇੱਥੇ 1/2 ਲਿਖਿਆ ਸੀ ਨਾ, ਇੱਥੇ 1/2 ਲਿਖਿਆ ਸੀ, ਇਹ ਗੱਲ ਗਲਤ ਲਿਖੀ ਹੋਈ ਹੈ। ਉਹ ਜਿਹੜਾ ਟੈਕਸ ਫਿਕਸ ਕੀਤਾ ਗਿਆ ਸੀਗਾ ਉਹ ਕਿੰਨਾ ਕੀਤਾ ਗਿਆ ਸੀ 1/6 ਕੀਤਾ ਗਿਆ ਸੀਗਾ। ਮਹਾਜਨ ਪਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਲੋਕਾਂ ਤੋਂ 1/6 ਭਾਗ ਜਿਹੜਾ ਹੈਗਾ ਆ ਕਰ ਦੇ ਰੂਪ ਵਿੱਚ ਲਿਆ ਜਾਂਦਾ ਸੀਗਾ। ਸੋ ਆਪਸ਼ਨ ਨੰਬਰ ਕਿਹੜਾ ਜਵਾਬ ਸਹੀ ਹੋਊਗਾ, ਵੇਖੋ ਆਪਸ਼ਨ ਨੰਬਰ ਡੀ, ਮਤਲਬ ਕਿ ਤੀਸਰੀ ਆਪਸ਼ਨ ਤੇ ਚੌਥੀ ਆਪਸ਼ਨ ਗਲਤ ਨੇ। ਐਂਡ ਇੱਥੇ ਲਿਖਿਆ ਹੋਇਆ ਆਹ ਵਾਲੀ ਆਪਸ਼ਨ ਵਿੱਚ 3 ਐਂਡ 4 ਕਿ ਇਹ ਆਪਸ਼ਨਾਂ ਕੀ ਨੇ ਜੀ, ਇਹ ਗਲਤ ਨੇ। ਤੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਹੂ ਵਰ ਵਨ ਆਫ ਦ ਅਰਲੀਐਸਟ ਰੂਲਰ ਆਫ ਦ ਸਬ ਕੌਂਟੀਨੈਂਟ ਟੂ ਇਸ਼ੂ ਗੋਲਡ ਕੋਇਨਸ, ਕਿ ਉਹ ਕਿਹੜੇ ਸੀਗੇ, ਕੌਣ ਇਹੋ ਜਿਹੇ ਸ਼ਾਸਕ ਸੀ ਜਿਨ੍ਹਾਂ ਨੇ ਸੋਨੇ ਦੇ ਸਿੱਕੇ ਸਭ ਤੋਂ ਪਹਿਲਾਂ ਜਾਰੀ ਕੀਤੇ ਸੀ। ਕਿ ਉਹ ਮੌਰਿਆ ਵੰਸ਼ ਦੇ ਲੋਕ ਸੀ, ਮੌਰਿਆ ਰਾਜਾ ਸੀ, ਸਤਵਾਹਨ ਰਾਜੇ ਸੀਗੇ, ਜਾਂ ਫਿਰ ਉਹ ਕੁਸ਼ਾਨ ਰਾਜੇ ਸੀ, ਜਾਂ ਫਿਰ ਉਹ ਗੁਪਤਾ ਰਾਜੇ ਸੀ, ਗੁਪਤ ਵੰਸ਼ ਦੇ ਰਾਜੇ ਸੀਗੇ। ਇਹਦਾ ਜੋ ਸਹੀ ਜਵਾਬ ਕੀ ਹੈ ਜੀ, ਕੁਸ਼ਾਨ ਵੰਸ਼ ਜਿਹੜੇ ਸੀਗੇ ਜੀ, ਮਤਲਬ ਇੱਥੇ ਰਾਜ ਕਰਦੇ ਹੁੰਦੇ ਸੀ। ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਗੋਲਡ ਕੋਇਨ ਹੁੰਦੇ ਨੇ, ਸੋਨੇ ਦੇ ਸਿੱਕੇ ਹੁੰਦੇ ਨੇ, ਇਹਨਾਂ ਵੱਲੋਂ ਜਾਰੀ ਕੀਤੇ ਗਏ ਸੀ। ਆਪਸ਼ਨ ਨੰਬਰ ਕਿੱਥੇ ਲਿਖਿਆ ਹੋਇਆ, ਆਪਸ਼ਨ ਨੰਬਰ ਸੀ ਦੇ ਵਿੱਚ ਲਿਖਿਆ ਹੋਇਆ ਕਿ ਕੁਸ਼ਾਨ ਜਿਹੜੇ ਰਾਜੇ ਹੋਇਆ ਕਰਦੇ ਸੀ, ਇਹਨਾਂ ਵੱਲੋਂ ਸੋਨੇ ਦੇ ਜਿਹੜੇ ਸਿੱਕੇ ਹੈਗੇ ਆ ਇਹ ਜਾਰੀ ਕੀਤੇ ਗਏ ਸੀਗੇ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ, ਤੇ ਆਪਾਂ ਚੱਲਾਂਗੇ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ ਵਟ ਡੂ ਯੂ ਐਸੋਸੀਏਟ ਦ ਟਰਮ ਦੇਲੀਵਾਲ ਵਿਦ, ਸ਼ਬਦ ਦੇਲੀਵਾਲ ਨੂੰ ਕਿਸ ਨਾਲ ਜੋੜਿਆ ਜਾਂਦਾ ਹੈ। ਇਹ 67 ਕੁਐਸਚਨ ਹੈ ਜੀ। ਵੇਖੋ ਤੁਸੀਂ, ਕੋਇਨ ਇਨ ਸਰਕੂਲੇਸ਼ਨ ਇਨ ਦਿੱਲੀ ਅੰਡਰ ਤੋਮਰਸ ਐਂਡ ਚੌਹਾਨਸ, ਕਿ ਤੋਮਰ ਤੇ ਚੌਹਾਨ ਰਾਜਿਆਂ ਦੇ ਅਧੀਨ ਦਿੱਲੀ ਵਿੱਚ ਚਲਾਏ ਜਾਣ ਵਾਲੇ ਸਿੱਕੇ। ਜਾਂ ਫਿਰ ਆਪਸ਼ਨ ਨੰਬਰ ਬੀ ਕੋਟਸ ਪੋਇਟ ਇਨ ਦਿੱਲੀ ਇਨ अर्ਲੀ 20th ਸੈਂਚੁਰੀ, ਕਿ ਸ਼ੁਰੂਆਤੀ 12ਵੀਂ ਸਦੀ ਦੇ ਦਿੱਲੀ ਦੇ ਰਾਜ ਕਵੀ। ਜਾਂ ਫਿਰ ਆਪਸ਼ਨ ਨੰਬਰ ਸੀ ਪੀਪਲ ਲਿਵਿੰਗ ਇਨ ਦਿੱਲੀ ਇਨ ਦ 12th ਸੈਂਚੁਰੀ, 12ਵੀਂ ਸਦੀ ਵਿੱਚ ਦਿੱਲੀ ਵਿੱਚ ਰਹਿਣ ਵਾਲੇ ਲੋਕ। ਜਾਂ ਫਿਰ ਕੋਈ ਵੀ ਨਹੀਂ, ਨਨ ਆਫ ਦਿਸ। ਦਿੱਲੀਵਾਲ ਸ਼ਬਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਜਿਹੜਾ ਸੀਗਾ ਜੀ ਇਹ ਰਾਜਧਾਨੀ ਬਣਾਈ ਸੀਗੀ, ਕਿਹਨਾਂ ਦੀ ਬਣੀ ਸੀਗੀ ਰਾਜਧਾਨੀ ਇਹ, ਜਦੋਂ ਤੋਮਰ ਰਾਜਪੂਤ ਰਾਜ ਕਰਦੇ ਹੁੰਦੇ ਸੀਗੇ। ਬਾਅਦ ਵਿੱਚ ਇੱਥੇ ਹੋਰ ਵੀ ਜਿਹੜੇ ਚੌਹਾਨ ਆਏ ਐਂਡ ਤੋਮਰ ਆਏ ਸੀਗੇ, ਇਹਨਾਂ ਨੇ ਇਹਨੂੰ ਕਮਰਸ਼ੀਅਲ ਸੈਂਟਰ ਬਣਾਤਾ ਸੀਗਾ, ਮਤਲਬ ਵਪਾਰ ਦਾ ਜਿਹੜਾ ਕੇਂਦਰ ਹੈਗਾ ਚੌਹਾਨ ਤੇ ਤੋਮਰਸ ਦੁਆਰਾ ਬਣਾ ਦਿੱਤਾ ਗਿਆ ਸੀਗਾ। ਐਂਡ ਇੱਥੇ ਸਿੱਕੇ ਵੀ ਬਣਾਏ ਜਾਂਦੇ ਸੀਗੇ, ਜਿਹਦੇ ਕਰਕੇ ਇਹਨੂੰ ਦੇਲੀਵਾਲ ਕਿਹਾ ਜਾਣ ਲੱਗ ਪਿਆ। ਤੇ ਆਪਸ਼ਨ ਨੰਬਰ ਜੇ ਤੁਸੀਂ ਪਹਿਲੇ ਨੂੰ ਵੇਖਦੇ ਹੋ, ਇੱਥੇ ਵੀ ਇਹੀ ਗੱਲ ਲਿਖੀ ਹੋਈ ਆ ਕਿ ਕੋਇਨਸ ਇਨ ਸਰਕੂਲੇਸ਼ਨ ਇਨ ਦਿੱਲੀ ਅੰਡਰ ਤੋਮਰਸ ਐਂਡ ਚੌਹਾਨਸ, ਕਿ ਤੋਮਰ ਤੇ ਚੌਹਾਨ ਰਾਜਿਆਂ ਦੇ ਅਧੀਨ ਦਿੱਲੀ ਵਿੱਚ ਲਾਏ ਜਾਣ ਵਾਲੇ ਸਿੱਕੇ। ਸੋ ਇਹ ਗੱਲ ਬਿਲਕੁਲ ਹੀ ਠੀਕ ਲਿਖੀ ਹੋਈ ਹੈ ਆਪਸ਼ਨ ਨੰਬਰ ਏ ਦੇ ਵਿੱਚ। ਆਪਸ਼ਨ ਨੰਬਰ ਤੁਸੀਂ ਏ ਨੂੰ ਕਰ ਲਓ ਟਿਕ, ਤੇ ਆਪਾਂ ਚੱਲਦੇ ਹਾਂ ਜਿਸ ਦੇ ਨਾਲ ਅਗਲੇ ਪ੍ਰਸ਼ਨ ਤੇ।
ਅਗਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਟ੍ਰੈਬੀਏਟ ਔਰ ਕੋਰਬੈਟ ਸਟੈਂਡ ਫॉर ਕੜੀਦਾਰ ਜਾਂ ਖੂੰਟੀਦਾਰ ਸੂਚਕ ਹਨ। ਸਟਾਈਲ ਆਫ ਆਰਕੀਟੈਕਚਰ ਇਨ अर्ਲੀ ਮਿਡੇਵਲ ਇੰਡੀਆ ਸ਼ੁਰੂਆਤੀ ਮੱਧਕਾਲੀਨ ਭਾਰਤ ਦੇ ਵਸਤੂਕਲਾ ਦਾ ਤਰੀਕਾ ਜਾਂ ਫਿਰ ਆਪਸ਼ਨ ਨੰਬਰ ਬੀ ਕੈਨਨ ਯੂਜ਼ਡ ਇਨ अर्ਲੀ ਮਿਡੇਵਲ ਇੰਡੀਆ ਮੱਧਕਾਲੀਨ ਭਾਰਤ ਵਿੱਚ ਵਰਤੀਆਂ ਜਾਣ ਵਾਲੀਆਂ ਤੋਪਾਂ। ਆਪਸ਼ਨ ਨੰਬਰ ਸੀ ਮਿਲਟਰੀ ਸਟ੍ਰੈਟਜੀ ਇਨ 8th ਸੈਂਚੁਰੀ 8ਵੀਂ ਸਦੀ ਦੀ ਫੌਜੀ ਰਣਨੀਤੀ। ਆਪਸ਼ਨ ਨੰਬਰ ਡੀ ਟਾਈਪ ਆਫ ਆਰਮਰ ਸ਼ਸਤਰਾਂ ਦੇ ਪ੍ਰਕਾਰ। ਟ੍ਰੈਬੀਏਟ ਔਰ ਕੋਰਬੈਟ ਸਟੈਂਡ ਫॉर ਕੜੀਦਾਰ ਜਾਂ ਖੂੰਟੀਦਾਰ ਇਹ ਕੀ ਸੀਗੇ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਇਹ ਇੱਕ ਆਰਕੀਟੈਕਚਰਲ ਸਟਾਈਲ ਹੁੰਦੇ ਸੀਗੇ। ਠੀਕ ਹੈ ਜੀ, ਮਤਲਬ ਸਟਾਰਟਿੰਗ ਦੀ अर्ਲੀ ਮਿਡੇਵਲ ਪੀਰੀਅਡ ਜਦੋਂ ਚੱਲਦਾ ਸੀਗਾ ਲਗਭਗ 7ਵੀਂ ਤੋਂ 10ਵੀਂ ਸਦੀ ਦੇ ਵਿਚਕਾਰ ਜੇ ਇਹਨਾਂ ਆਰਕੀਟੈਕਚਰ ਦੀ ਜਿਹੜੀ ਵਰਤੋਂ ਹੈਗੀ ਆ ਵਸਤੂਕਲਾ ਦੀ ਵਰਤੋਂ ਹੈਗੀ ਆ ਕਾफ़ी ज़्यादा की ਜਾਂਦੀ ਸੀਗੀ। ਸੋ ਆਪਸ਼ਨ ਨੰਬਰ ਏ ਕੀ ਹੋਗਾ ਜੀ, ਆਪਸ਼ਨ ਨੰਬਰ ਤੁਹਾਡਾ ਏ ਜਵਾਬ ਹੋ ਗਿਆ ਜੀ ਬਿਲਕੁਲ ਹੀ ਸਹੀ। ਤੇ ਆਪਾਂ ਚੱਲਾਂਗੇ ਜੀ ਇਸ ਪ੍ਰਸ਼ਨ ਦੇ ਨਾਲ ਹੀ ਅਗਲੇ ਪ੍ਰਸ਼ਨ ਤੇ। ਇਹ ਜਿਹੜੀ ਕੜੀਦਾਰ ਜਾਂ ਖੂੰਟੀਦਾਰ ਸੂਚਕ ਹੈਗਾ ਜੀ ਸਟਾਈਲ ਆਫ ਆਰਕੀਟੈਕਚਰ ਇਨ अर्ਲੀ ਮਿਡੀਵਲ ਇੰਡੀਆ ਸ਼ੁਰੂਆਤੀ ਮੱਧਕਾਲੀਨ ਭਾਰਤ ਦੀ ਵਸਤੂਕਲਾ ਦਾ ਤਰੀਕਾ। ਵੇਖੋ ਜੀ ਇਹ ਸੈਕਿੰਡ ਲਾਸਟ ਪ੍ਰਸ਼ਨ ਹੈ। ਦਾ ਮੱਧਕਾਲੀਨ ਭਾਰਤ ਦੇ ਰਾਜੇ ਛੇਟਿਆਰ ਓਸਵਾਲ ਬੋਰਾ ਕਿਹਨਾਂ ਵਿੱਚੋਂ ਸੀ। ਦ ਛੇਟਿਆਰ ਓਸਵਾਲ ਬੋਰਾਸ ਇਨ ਮਿਡੇਵਲ ਇੰਡੀਆ ਵਰ ਵਿਚ ਆਫ ਦ ਫੋਲੋਇੰਗ ਕੀ ਇਹ ਸਮਾਨਤਾ ਸੀ। ਆਪਸ਼ਨ ਨੰਬਰ ਬੀ ਟ੍ਰੇਡਿੰਗ ਕਮਿਊਨਿਟੀ ਸੀਗੀਆਂ ਵਪਾਰ ਸਮੂਹ ਚੋਂ ਸੀਗੇ, ਲੈਂਡਲੋਰਡ ਸੀ ਜ਼ਮੀਂਦਾਰ ਸੀ ਜਾਂ ਫਿਰ ਵੋਰੀਅਰ ਸੀਗੇ। ਜਦੋਂ ਆਪਾਂ ਗੱਲ ਕਰਦੇ ਹਾਂ ਛੇਟਿਆਰ ਦੀ ਓਸਵਾਲ ਦੀ ਬੋਰਾਸ ਦੀ ਇਹ ਸਾਰੇ ਕੌਣ ਹੁੰਦੇ ਸੀਗੇ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਇਹ ਸਾਰੇ ਹੀ ਮਰਚੈਂਟ ਹੋਇਆ ਕਰਦੇ ਸੀਗੇ। ਇਹ ਸਾਰੇ ਕੌਣ ਸੀਗੇ ਇਹ ਮਰਚੈਂਟ ਹੁੰਦੇ ਸੀ ਐਂਡ ਇਹਨਾਂ ਨੂੰ ਆਪਾਂ ਕੀ ਕਹਿੰਦੇ ਸੀਗੇ। ਆਪਸ਼ਨ ਵੇਖ ਲਓ ਕਿੱਥੇ ਲਿਖਿਆ ਹੋਇਆ ਮਰਚੈਂਟਸ ਬਾਰੇ ਗੱਲ ਕੀਤੀ ਹੋਈ ਆ ਆਪਸ਼ਨ ਨੰਬਰ ਬੀ ਵਿੱਚ ਹੀ ਲਿਖਿਆ ਹੋਇਆ ਨਾ। ਆਪਸ਼ਨ ਨੰਬਰ ਬੀ ਲਿਖਿਆ ਹੋਇਆ ਟ੍ਰੇਡਿੰਗ ਕਮਿਊਨਿਟੀਜ਼ ਵਪਾਰ ਸਮੂਹ ਦੇ ਵਿੱਚੋਂ। ਬੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਤੇ। ਲਾਸਟ ਪ੍ਰਸ਼ਨ ਹੈ ਜੀ ਸ਼ੰਕਰਾਚਾਰਿਆ ਤੋਂ ਸੰਬੰਧਿਤ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ ਕਿ ਜਿਹੜੇ ਸ਼ੰਕਰਾਚਾਰਿਆ ਸੀਗੇ ਉਹਨਾਂ ਬਾਰੇ ਕਿਹੜੀ ਗੱਲ ਇੱਥੇ ਗਲਤ ਲਿਖੀ ਹੋਈ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਟਰੂ ਅਬਾਊਟ ਸ਼ੰਕਰਾਚਾਰਿਆ। ਹੇਠਲਾ ਕਥਨ ਕਿਹੜਾ ਕਥਨ ਸ਼ੰਕਰਾਚਾਰਿਆ ਲਈ ਸਹੀ ਨਹੀਂ ਹੈ। ਹੀ ਵਾਜ਼ ਬੋਰਨ ਇਨ ਤਾਮਿਲਨਾਡੂ ਉਹ ਤਾਮਿਲਨਾਡੂ ਵਿੱਚ ਜੰਮੇ ਸਨ। ਹੀ ਵਾਜ਼ ਐਨ ਐਡਵੋਕੇਟ ਆਫ ਅਦਵੈਤਿਆ ਉਹ ਅਦਵੈਤਿਆ ਦੀ ਵਕਾਲਤ ਕਰਦੇ ਸਨ। ਹੀ ਟੌਟ ਦੈਟ ਬ੍ਰਹਮਸ ਇਜ਼ ਦ ਓਨਲੀ ਰਿਐਲਿਟੀ ਕਿ ਉਹਨਾਂ ਨੇ ਇਹ ਪੜ੍ਹਾਇਆ ਕਿ ਬ੍ਰਹਮਾ ਹੀ ਅਸਲੀ ਸੱਚ ਹੈ। ਜਾਂ ਫਿਰ ਆਪਸ਼ਨ ਨੰਬਰ ਡੀ ਹੀ ਕੰਸੀਡਰਡ ਦ ਵਰਲਡ ਅਰਾਊਂਡ ਅਸ ਐਨ ਇਲੂਜ਼ਨ ਔਰ ਮਾਇਆ ਉਹਨਾਂ ਨੇ ਇਹ ਮੰਨਿਆ ਕਿ ਸੰਸਾਰ ਭਰਮ ਜਾਂ ਮਾਇਆ ਹੈ। ਸੋ ਇਹਦੇ ਵਿੱਚ ਜਿਹੜੇ ਆਦਿ ਸ਼ੰਕਰਾਚਾਰਿਆ ਹੁੰਦੇ ਸੀਗੇ ਜੀ ਇਹ ਇੱਕ 8ਵੀਂ ਸ਼ਤਾਬਦੀ ਵਿੱਚ ਮਤਲਬ ਕਹਿ ਸਕਦੇ ਹਾਂ ਕਿ ਉਸ ਟਾਈਮ ਵਿੱਚ ਇਹ ਵੇਖਣ ਨੂੰ ਮਿਲਦੇ ਸੀਗੇ। ਐਂਡ ਇਹਨਾਂ ਦਾ ਜਿਹੜਾ ਜਨਮ ਹੈਗਾ ਜੀ 788 ਕਾਮਨ ਐਰਾ ਵਿੱਚ ਕੇਰਲਾ ਵਿੱਚ ਹੋਇਆ ਸੀਗਾ। ਅਤੇ ਪਹਿਲੀ ਆਪਸ਼ਨ ਵਿੱਚ ਕੀ ਲਿਖਿਆ ਹੋਇਆ ਉਹਨਾਂ ਦਾ ਜਨਮ ਇੱਥੇ ਲਿਖਿਆ ਹੋਇਆ ਤਾਮਿਲਨਾਡੂ ਹੈਗਾ ਜੀ। ਕੁਐਸਚਨ ਵਿੱਚ ਕੀ ਪੁੱਛਿਆ ਸੀ ਕੁਐਸਚਨ ਵਿੱਚ ਇਹੀ ਪੁੱਛਿਆ ਸੀਗਾ ਕਿ ਕਿਹੜੀ ਗੱਲ ਇੱਥੇ ਸ਼ੰਕਰਾਚਾਰਿਆ ਬਾਰੇ ਸਹੀ ਨਹੀਂ ਲਿਖੀ ਹੋਈ। ਸੋ ਆਪਸ਼ਨ ਨੰਬਰ ਏ ਤਾਂ ਬਿਲਕੁਲ ਹੀ ਗਲਤ ਹੈ। ਆਪਸ਼ਨ ਨੰਬਰ ਤੁਸੀਂ ਏ ਨੂੰ ਕਰ ਦਿਓ ਟਿਕ। ਅਤੇ ਆਪਾਂ ਨੂੰ ਇਹ ਵੀ ਗੱਲ ਪਤਾ ਲੱਗਦੀ ਹੈ ਕਿ ਸ਼ੰਕਰਾਚਾਰਿਆ ਦਾ ਜਨਮ ਕਿੱਥੇ ਹੋਇਆ ਸੀ ਕੇਰਲਾ ਵਿੱਚ ਹੋਇਆ ਸੀਗਾ। ਅਦਵੈਤਿਆਂ ਦੀ ਵਕਾਲਤ ਕਰਦੇ ਸੀਗੇ ਐਂਡ ਉਹ ਇਹ ਕਹਿੰਦੇ ਸੀਗੇ ਕਿ ਬ੍ਰਹਮਾ ਹੀ ਅਸਲੀ ਸੱਚ ਹੈ। ਵਰਲਡ ਜਿਹੜਾ ਉਹਨਾਂ ਦੇ ਆਲੇ ਦੁਆਲੇ ਹੈਗਾ ਆ ਇਹ ਕੀ ਹੈ ਜੀ ਭਰਮ ਜਾਂ ਮਾਇਆ ਹੈਗੀ ਆ ਸਾਰਾ ਕੁਝ ਇਲੂਜ਼ਨ ਹੈ ਇੱਕ। ਸੋ ਇਹ ਸਾਰੀਆਂ ਗੱਲਾਂ ਹੀ ਸ਼ੰਕਰਾਚਾਰਿਆ ਦੁਆਰਾ ਕੀਤੀਆਂ ਜਾਂਦੀਆਂ ਸੀਗੀਆਂ। ਐਂਡ ਇਹਨਾਂ ਦੀ ਮ੍ਰਿਤਿੂ ਜਿਹੜੀ ਹੈਗੀ ਆ ਡੈਥ ਸੀਗੀ ਜੀ ਉਹ ਕਿੱਥੇ ਹੋਈ ਸੀ ਇਹ ਹੋਈ ਸੀਗੀ ਕੇਦਾਰਨਾਥ ਦੇ ਵਿੱਚ ਹੋਈ ਸੀਗੀ ਉੱਤਰਾਖੰਡ ਵਿੱਚ ਕੇਦਾਰਨਾਥ ਵਿੱਚ ਇਹਨਾਂ ਦੀ ਜਿਹੜੀ ਡੈਥ ਹੈਗੀ ਆ ਇਹ ਹੋਈ ਸੀਗੀ। ਉਮੀਦ ਮੈਂ ਇਹੀ ਕਰੂੰਗਾ ਅੱਜ ਦੇ ਜਿਹੜੇ ਪ੍ਰਸ਼ਨ ਸੀਗੇ ਤੁਹਾਨੂੰ ਇੰਟਰਸਟਿੰਗ ਲੱਗੇ ਹੋਣਗੇ। ਜੇਕਰ ਇੰਟਰਸਟਿੰਗ ਲੱਗੇ ਸੀਗੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਬਟਨ ਹੈ ਜੀ ਇਹ ਪ੍ਰੈਸ ਕਰ ਲਿਓ ਐਂਡ ਇੱਕ ਜਿਹੜਾ ਲਾਈਕ ਦਾ ਬਟਨ ਹੁੰਦਾ ਹੈ ਇਹ ਵੀ ਪ੍ਰੈਸ ਕਰਨ ਤੋਂ ਬਾਅਦ ਕਮੈਂਟ ਕਰਕੇ ਆਪਦੇ ਸੁਜੈਸ਼ਨ ਜ਼ਰੂਰ ਦਿਓ ਕਿ ਤੁਹਾਡੇ ਇੱਥੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਐਂਡ ਕੋਈ ਹੋਰ ਵੀ ਜਿਹੜਾ ਫੀਡਬੈਕ ਹੁੰਦਾ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।